ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਉ ਵਾਰ ਵਾਰ ਜਾਉ ਗੁਰ ਗੋਪਾਲ, ਮੋਹਿ ਨਿਰਗੁਣ ਤੁਮ ਪੂਰਨ ਦਾਤੇ। ਦੀਨਾਨਾਥ ਦਿਆਲ, ਊਠਤ ਬੈਠਤ ਸੋਵਤ ਜਾਗਤ। ਜੀ ਪ੍ਰਾਣ ਤਨ ਮਾਲ, ਦਰਸ਼ਨ ਪਿਆਸ ਬਹੁਤ ਮਨ ਮੇਰੇ। ਨਾਨਕ ਦਰਸ ਨਿਹਾਲ, ਦਰਸ਼ਨ ਪਿਆਸ ਬਹੁਤ ਮਨ ਮੇਰੇ। ਨਾਨਕ ਦਰਸ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਆਉਣ ਵਾਲੇ ਪਰਸੋਂ 19 ਤਰੀਕ ਨੂੰ ਧੰਨ ਧੰਨ ਜਾਹਰ ਪੀਰ ਜਗਤ ਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬ ਆ ਰਿਹਾ ਹੈ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਸਾਹਿਬ ਸਭ ਤੇ ਕਿਰਪਾ ਭਰਿਆ ਮਿਹਰ ਭਰਿਆ ਹੱਥ ਰੱਖਣ। ਸਭ ਨੂੰ ਨਾਮ ਦੀਆਂ ਦਾਤਾਂ ਸਾਰਿਆਂ ਦੀ ਝੋਲੀ ਵਿੱਚ ਪਾਉਣ। ਆਓ ਕੁਝ ਸਮਾਂ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਵਿੱਚ ਜੁੜਨ ਦਾ ਯਤਨ ਕਰੀਏ। ਜੇ ਕਿਤੇ ਮਨ ਭੱਜ ਰਿਹਾ ਹੈ, ਮਨ ਨੂੰ ਆਵਾਜ਼ ਮਾਰੀਏ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਐਸੇ ਦੀਨ ਦਿਆਲ ਸਤਿਗੁਰੂ ਦੀ ਰਹਿਮਤ ਝੋਲੀ ਵਿੱਚ ਪਵਾਈਏ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦਾ ਆਗਮਨ ਵਿਸਾਖ ਦੇ ਮਹੀਨੇ ਵਿੱਚ 15 ਅਪ੍ਰੈਲ ਸੰਨ 1469 ਵਿਖੇ ਰਾਏ ਭੂਏ ਦੀ ਤਲਵੰਡੀ ਜ਼ਿਲ੍ਹਾ ਪੰਜਾਬ ਜੋ ਪਾਕਿਸਤਾਨ ਵਿੱਚ ਹੈ, ਉਸ ਸਥਾਨ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੋਇਆ ਹੈ। ਅੱਜ ਕੱਲ੍ਹ ਉਸ ਸਥਾਨ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਸੰਸਾਰ ਦੇ ਵਿੱਚ ਜਦੋਂ ਪਰਮਾਤਮਾ ਵੱਲੋਂ ਇਸ ਤਰ੍ਹਾਂ ਕਹਿ ਲਓ, ਪਰਮਾਤਮਾ ਵੱਲੋਂ ਹੁਕਮ ਹੋਇਆ, ਸਮੇਂ ਸਮੇਂ ਸਿਰ ਧਰਤੀ ਤੇ ਵੱਡੇ ਵੱਡੇ ਮਹਾਂਪੁਰਖ, ਨਾਮ ਜਪਣ ਵਾਲੇ ਪੀਰ ਪੈਗੰਬਰ ਧਰਤੀ ਤੇ ਆਉਂਦੇ ਰਹੇ ਹਨ। ਭਾਵੇਂ ਸਤਿਯੁਗ ਯੁੱਗ ਸੀ, ਭਾਵੇਂ ਤ੍ਰੇਤਾ ਯੁੱਗ ਸੀ, ਭਾਵੇਂ ਦੁਆਪਰ ਸੀ। ਗੁਰੂ ਨਾਨਕ ਪਾਤਸ਼ਾਹ ਕਲਯੁਗ ਦੇ ਅਵਤਾਰ ਹਨ। ਕਲ ਤਾਰਨ ਗੁਰੂ ਨਾਨਕ ਆਇਆ। ਤੋ ਧਰਤੀ ਦੀ ਪੁਕਾਰ ਸੀ ਕਿ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਧਰਮ ਦੇ ਨਾਮ ਤੋਂ ਲੁੱਟ ਕਚੁੱਟ ਹੋ ਰਹੀ ਸੀ ਔਰ ਨਾਮ ਦੇ ਧਰਮੀ ਬਣ ਕੇ ਗਿਆਨ ਨਾ ਹੋਣ ਕਰਕੇ ਆਪਣੀਆਂ
ਦੁਕਾਨਾਂ ਚਲਾਉਣ ਵਾਸਤੇ ਪਰਮਾਤਮਾ ਦੇ ਰਸਤੇ ਤੋਂ ਭਟਕਾ ਰਹੇ ਸਨ। ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਵਿੱਚ ਆ ਕੇ ਜਦ ਇਹ ਧਰਤੀ ਨੂੰ ਵੇਖਿਆ ਤੇ ਗੁਰੂ ਨਾਨਕ ਪਾਤਸ਼ਾਹ ਆਪ ਬਾਬੇ ਭੇਖ ਤਾਰਿਆ, ਉਦਾਸੀ ਕੀ ਰੀਤ ਚਲਾਈ। ਜਿਸ ਤਰ੍ਹਾਂ ਭੇਖ ਬਣਾ ਕੇ, ਜਿਸ ਤਰ੍ਹਾਂ ਸਾਧੂ ਲੋਕ, ਜੋਗੀ ਲੋਕ, ਸਿੱਧ ਲੋਕ ਮਾਇਆ ਤੋਂ ਉਪਰਾਮ ਹੋ ਕੇ ਪਹਾੜਾਂ ਦੀਆਂ ਕੰਧਰਾਂ ਤੇ ਜਾ ਕੇ ਛੁਪ ਬੈਠੇ, ਗੁਰੂ ਨਾਨਕ ਪਾਤਸ਼ਾਹ ਨੇ ਵੀ ਉਹਨਾਂ ਨੂੰ ਉਸੇ ਬੋਲੀ ਵਿੱਚ ਸਮਝਾਉਣ ਵਾਸਤੇ ਇੱਕ ਭੇਖ ਧਾਰਿਆ, ਜੋ ਕਿ ਭੇਖ ਉਹਨਾਂ ਦਾ ਭੇਖ ਸੀ ਕਿ ਮਾਇਆ ਤੋਂ ਉਪਰਾਮ ਨੇ ਗ੍ਰਸਤ ਛੱਡ ਦਿੱਤਾ ਹੈ। ਸਿੱਧ ਛਪ ਬੈਠੇ ਪਰਵਤੀ, ਕੌਣ ਜਗਤ ਕੋ ਪਾਰ ਉਤਾਰਾ। ਇਹ ਜਗਤ ਨੂੰ ਫਿਰ ਕਿੰਨੇ ਪਾਰ ਉਤਾਰਾ ਕਰਨਾ ਸੀ। ਅਗਰ ਧਰਮ ਦੇ ਆਗੂ ਹੀ ਜਾ ਕੇ ਛੁਪ ਬੈਣ ਤੇ ਫਿਰ ਲੋਕਾਈ ਨੂੰ ਕੌਣ ਸਿੱਧੇ ਰਸਤੇ ਪਾਉਂਦਾ। ਹਜ਼ਾਰਾਂ ਸਾਲ ਉਮਰ ਆਪਣੀ ਵਧਾ ਲਈ, ਰਿੱਧੀਆਂ ਸਿੱਧੀਆਂ ਪਾ ਲਈਆਂ, ਪਰ ਨਾ ਪਰਮਾਤਮਾ ਤੱਕ ਪਹੁੰਚ ਸਕੇ ਤੇ ਨਾ ਕਿਸੇ ਨੂੰ ਰਾਹ ਪਾਇਆ। ਔਰ ਸਾਰੀ ਉਮਰ ਗ੍ਰਸਤ ਨੂੰ ਉਹ ਨਿੰਦਦੇ ਰਹੇ। ਹੋਏ ਅਤੀਤ ਗ੍ਰਸਤ ਤਜ ਫਿਰ ਉਨਕੇ ਘਰ ਮੰਗਣ ਜਾਈ। ਗ੍ਰਸਤ ਤਜ ਕੇ, ਗ੍ਰਸਤ ਨੂੰ ਨਿੰਦ ਕੇ ਫਿਰ ਉਹਨਾਂ ਘਰ ਮੰਗਣ ਜਾਣਾ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਕੀ ਕੀਤਾ? ਬਾਬੇ ਭੇਖ ਧਾਰਿਆ, ਉਦਾਸੀ ਕੀ ਰੀਤ ਚਲਾਈ। 4 ਉਦਾਸੀਆਂ ਕਰਕੇ ਆਪਣੇ ਜੀਵਨ ਕਾਲ ਦੇ ਵਿੱਚ 82,000 ਮੀਲ ਦਾ ਸਫ਼ਰ ਤੈਅ ਕਰਕੇ ਪੈਦਲ ਗੁਰੂ ਨਾਨਕ ਪਾਤਸ਼ਾਹ ਨੇ ਘਰ ਘਰ ਜਾ ਕੇ ਸੁੱਤੇ ਹੋਏ ਲੋਕਾਂ ਨੂੰ ਉਠਾਉਣ ਦਾ ਯਤਨ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਲੋਕਾਂ ਨੂੰ ਸਮਝਾਇਆ ਜਾ ਕੇ ਕਿ ਪਰਮਾਤਮਾ ਤੋਂ ਉੱਤੇ ਕੋਈ ਵੀ ਨਹੀਂ ਹੈ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਦੇਖੋ, ਧੁੰਦ ਕੋਈ ਹਨੇਰਾ ਹੋਵੇ ਤੇ ਉਹ ਲਾਈਟ ਦੇ ਨਾਲ ਚਲਾ ਜਾਂਦਾ ਹੈ। ਇੱਕ ਬਲਬ ਚਲਾ ਲਓ, ਟਿਊਬ ਚਲਾ ਲਓ, ਅੰਧੇਰਾ ਖਤਮ ਹੋ ਜਾਂਦਾ ਹੈ। ਧੁੰਦ ਵਿੱਚ ਚਿੱਟਾਪਨ ਹੁੰਦਾ ਹੈ। ਉੱਥੇ ਤੁਸੀਂ ਹੁਣ ਸਰਦੀਆਂ ਆਉਣ ਵਾਲੀ ਦਿਨਾਂ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਇਤਨੀ ਧੁੰਦ ਵਾਈਟ ਹੁੰਦੀ ਹੈ, ਜਿਹੜੀ ਲਾਈਟ ਤੇ ਵੀ ਨਜ਼ਰ ਨਹੀਂ ਆਉਂਦਾ। ਕਈ ਵਾਰੀ ਸਾਹਮਣੇ ਬੰਦਾ ਖੜਾ ਹੋਏ ਉਹ ਵੀ ਨਜ਼ਰ ਨਹੀਂ ਆਉਂਦਾ। ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ, ਨਾਨਕ ਪ੍ਰਗਟ ਹੋਏ, ਮਿੱਟੀ ਧੁੰਦ ਜਗ ਚਾਨਣ ਹੋਆ। ਧੁੰਦ, ਉਸ ਧੁੰਦ ਨੂੰ ਉਸ ਜਗ ਦੇ ਵਿੱਚ ਚਾਨਣ ਕਰਨ ਵਾਸਤੇ ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ ਹੈ। ਹੁਣ ਕਿਹੜੀ ਧੁੰਦ ਸੀ ਜਿਹੜੀ ਧਾਰਮਿਕ ਲੋਕਾਂ ਤੇ ਚੜੀ ਹੋਈ ਸੀ? ਧੁੰਦ, ਉਹ ਅਗਿਆਨਤਾ ਦੀ ਧੁੰਦ ਸੀ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਕੀ ਸੀ ਕਿ ਸੰਸਾਰ, ਉਸ ਭਾਰਤ ਦੀ ਧਰਤੀ ਤੇ ਬਹੁਤ ਹੀ ਇੱਕ ਜਾਤ ਪਾਤ ਦਾ ਕੋੜ ਫੈਲਿਆ ਹੋਇਆ ਸੀ, ਅੱਜ ਵੀ ਹੈ। ਆਪਣੇ ਆਪ ਨੂੰ ਕੋਈ ਵੱਡੀ ਜਾਤੀ ਦਾ ਕਹਿਲਾ ਰਿਹਾ ਹੈ, ਕਿਸੇ ਨੂੰ ਨੀਵੀਂ ਜਾਤੀ ਦਾ, ਕੋਈ ਬ੍ਰਾਹਮਣ ਬਣ ਬੈਠਾ, ਕੋਈ ਸ਼ੂਦਰ ਬਣ ਬੈਠਾ, ਕੋਈ ਵੈਸ਼, ਕੋਈ ਖੱਤਰੀ। ਸ਼ੂਦਰ ਨੂੰ ਬਹੁਤ ਨੀਵਾਂ ਮੰਨਿਆ ਜਾਂਦਾ ਸੀ। ਉਹਨੂੰ ਇਸ ਤਰ੍ਹਾਂ ਸਮਝਦੇ ਸਨ, ਇਹ ਸਾਡੇ ਘਰਾਂ ਦਾ ਪਾਣੀ ਭਰਨ ਵਾਲਾ ਹੈ।
बड़ा जात पात का कोड सी। बाणी ते कहंदी है सा जात सा पत है जेहे करम कमाए। ਇਹ नहीं कि ਉੱਚੀ ਕੁਲ ਵਿੱਚ जन्म लैके ते ਉਹ ਭਾਗਾਂ ਵਾਲਾ ਹੋ ਗਿਆ, नहीं। जे ਵਜੇ ਕਰਮ ਕਮਾਉਂਦਾ ਹੈ ਉਹ ਵਜੀ ਉਹਦੀ ਜਾਤ ਬਣਦੀ ਹੈ। ਕਬੀਰ ਸਾਹਿਬ ਨੂੰ ਸਾਰੇ ਕਹਿੰਦੇ ਸਨ ਤੇਰੀ ਜਾਤ ਨੀਵੀਂ ਹੈ। ਤੇ ਸਟਾਰਟਿੰਗ ਵਿੱਚ ਹੀ ਕਬੀਰ ਸਾਹਿਬ ਦੇ ਸ਼ਲੋਕ ਪੜੋ ਤੇ ਆਂਦੇ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਨੇ ਹਾਰ। ਕਬੀਰ ਸਾਹਿਬ ਨੇ ਮੇਰੀ ਜਾਤ ਨੂੰ ਵੇਖ ਕੇ ਸਾਰੇ ਹੱਸਦੇ ਸਨ, ਬਈ ਇਹ ਬੜੀ ਨੀਵੀਂ ਜਾਤ ਦਾ ਹੈ। ਕਹਿੰਦੇ ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਨਹਾਰ। ਕਹਿੰਦੇ ਮੈਂ ਇਸ ਜਾਤ ਤੋਂ ਵੀ ਬਲਿਹਾਰ ਜਾਣਦਾ ਵਾਂ ਜਿਸ ਵਿੱਚ ਮੈਂ ਪਰਮਾਤਮਾ ਨਾਲ ਇੱਕ ਮਿਕ ਹੋ ਗਿਆ ਵਾਂ। ਹੁਣ ਮੇਰੇ ਔਰ ਪਰਮਾਤਮਾ ਵਿੱਚ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਨ ਪਾਣੀ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਹੁਣ ਇੱਕ ਹੀ ਹੋ ਗਏ ਨੇ। ਹੁਣ ਰਾਮ ਤੇ ਕਬੀਰ ਵਿੱਚ ਕੋਈ ਫਰਕ ਨਹੀਂ ਹੈ। ਤੋ ਇਹ ਜਾਤ ਪਾਤ ਦਾ ਇਤਨਾ ਸੀ ਕਿ ਸੂਦਰ ਲੋਕਾਂ ਨੂੰ ਇਹਨਾਂ ਦੇ ਖੂਹ ਵੀ ਵੱਖਰੇ ਹੁੰਦੇ ਸਨ। ਉੱਚੀ ਜਾਤ ਵਾਲੇ ਇਹਨਾਂ ਦੀ ਪਰਛਾਈ ਤੋਂ ਵੀ ਪਿੱਛੇ ਰਹਿੰਦੇ ਸਨ। ਤੇ ਜੇ ਵੇਖ ਲਿਆ ਨਾਲ ਸਾਹਮਣੇ ਆਉਂਦਿਆਂ ਤੇ ਘਰ ਆ ਕੇ ਇਸ਼ਨਾਨ ਕਰਨਾ ਉਹਨੂੰ ਬੜਾ ਸੂਤਕ ਸਮਝਦੇ ਸਨ। ਮਾਰੇ ਕਹਿੰਦੇ ਨੇ ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਇੱਕਾ ਛਾਓ। ਸਭ ਜਾਤੀ ਫੱਕੜ ਜੇ ਇੱਕ ਪਰਮਾਤਮਾ ਦੀ ਅਸੀਂ ਛਾਂ ਦੇ ਸਾਰੇ ਅਸੀਂ ਸਰੀਰ ਬਣੇ ਹਾਂ। ਪਰਮਾਤਮਾ ਨੇ ਭੇਜਣ ਵਕਤ ਕਿਸੇ ਨੂੰ ਊਚ ਨੀਚ ਵਾਲੀ ਕੋਈ ਗੱਲ ਨਹੀਂ ਕਹੀ। ਜਦੋਂ ਬੱਚਾ ਗਰਭ ਵਿੱਚ ਹੁੰਦਾ ਹੈ ਕਬੀਰ ਸਾਹਿਬ ਕਹਿੰਦੇ ਨੇ ਉਦੋਂ ਕੋਈ ਕੁਲ ਨਹੀਂ ਹੁੰਦੀ। गर्भवास में कुल नहीं जाती ब्रह्म बिंद ते सब उत्पत्ति। उस बिंद तो सारे संसार की उत्पत्ति हुई है। कोहरे पंडित बामण कब के होए बामण कह के जन्म मत खोए। कबीर साहब कहते ने पंडित जी तुसी ब्राह्मण कातो हो गए। बामण कह के अपने जन्म नूं खराब ना करो। ब्राह्मण जाति अपने आप के नाल ना लगाओ। तुसी जद कर्म अच्छे करोगे तदों ब्राह्मण मने जाओगे। जो तू ब्राह्मणी ब्राह्मण जाया तो आन बाट काहे नहीं आया। कहने जे तू ब्राह्मण है ते तू किसी होर रस्ते तो आना सी। जो तू ब्राह्मणी ब्राह्मण जाया तो आन बाट काहे नहीं आया। जब संसार सारे माता दे गर्भ विचों आए ने ते जे तुसी ब्राह्मण उच्चे बनदे फिरदे हो ते तुहाडा कोई रस्ता होर सी कोई। जो तू ब्राह्मणी ब्राह्मण जाया तो आन बाट काहे नहीं आया। तुम कत ब्राह्मण हम कत सूद। वो कहंदे तुसी कित्थों ब्राह्मण बन गए मैं सूद किवें हो गया। जिस राही तुसी आए हो उसे राही च मैं आया वां। हम कत लहू तुम कत दूध। साडे रगां विच लहू है तो तेरे रगां विच किहड़ा दुध वह रहा। तेरा भी उही लहू है। इंसान दा लहू देखो रैड ही हुंदा है किसे दा भी लहू देख लो। कबीर साहब ये जात पात दे कोड़ नूं समझाउण वास्ते कह रहे ने तुम कत ब्राह्मण हम कत सूद हम कत लहू तुम कत दूध। कहो कबीर हुण फैसला दे रहे ने जो ब्रह्म विचार है सो ब्राह्मण कहियत है हमारे। जेड़ा ब्रह्म दी विचार करेगा वो ब्राह्मण है। ब्राह्मण कोई जाति दा नहीं हुंदा। ये साडे वास्ते भी लागू है। एक नीवीं जात दा भी कोई अगर ब्रह्म दी विचार करता है ते वो भी ब्राह्मण है। ये नहीं है कि किसी दे उत्ते हुण जिहड़ा सूत्र बन गया वो ब्राह्मण बन नहीं सकता। नहीं मारे कहंदे फक्कड़ जाति फक्कड़ नाउ सबना जियां इक्का छाओ। तो गुरु नानक पातशाह ने इस जात पात दे भरम नूं वेख्या ते ऊच नीच दी जिहड़ी प्रथा सी कर्म कांड सन भरम सी वहम सी। गुरु नानक पातशाह ने इन्हां नूं वेख के बाबा भेख तारिया। फिर तारिया भेख तारिया उदासी की रीत चलाई चढ़िया सोधन धरत लुकाई। धरती नूं सोधन वास्ते ये साडे वर्गे कलयुगी जीवां नूं तारन वास्ते
गुरु नानक पातशाह भेख तार के ते हर जगह गए और उस धुंध नूं, जिहड़ी धुंध आगूआं नूं चढ़ी हुई सी, महाराज उस नूं लाउण वास्ते संसार विच 4 फिरके सन जिन्हां ने कुराहे पाया सी। जपजी साहब पढ़दे हैं ना, महाराज कहंदे ने सचियार बनाउण वास्ते सानूं गुरु नानक पातशाह ने एक संदेश दिता है। किहड़े 4 फिरके सन? एक ते इशनानां नूं जोड़ दे रहे सन, सोचै सोच ना होवे जे सोची लख वार। एक इस तरह का भी फिरका है जिन्हां दा मकसद है कि खाली इशनान करके ही साडा पार उतारा है, पर इस तरह कदी नहीं हुंदा। शरीर दे इशनान दा मन दे इशनान नाल कोई ताल्लुक ही नहीं है। पाप करे पंचां के बस, तीरथ नहाए कहे सब उतरे। पाप ते कर रहे पंचां दे वस हो के, ते वो सोचते ने तीरथ नहा के साढ़े सारे उतर जाणगे। नहीं, इस चक्कर विच गुरु अर्जन देव महाराज कहंदे ना, सोच करे दिन सर रात, मन की मैल ना तन ते जात। इस देही को वो साधना करे, बड़ियां साधना करदा है, इशनान करता है, अंतर मैल जे तीरथ नहावे। अंदर मैल है, बाहर तीर्थां ते इशनान कर रहे। हुण बाहर दी मैल ते उतर सकदी है इशनान करके, शरीर दी मैल नहीं उतर सकदी जिहड़ी मन दी है। वाहिगुरू वो धोपे नावे के रंग, वो नाम दे रंग दे नाल ही धोती जाती है। देखो मूत पलीती कपड़ होए, जे कपड़े साडे गंदे हो जान मूत पलीती पिशाब दे नाल, या वैसे गंदे हो जान, मूत पलीती कपड़ होए दे साबुन लईए वो धोए। असी साबुन लैके धोने आ ना, ते जे मत साडी मैली होए, भरीए मत पापां कै संग, वो धोपै नावे के रंग। गुरु नानक पातशाह ने फिरके नूं समझाया कि भाई इशनान दे उत्ते लखां वारी भी तुसीं इशनान कर लो ना, ते तुसीं पवित्र नहीं हो सकदे। पवित्र ते मन दी पवित्रता चाहिदी सी। सोचै सोच न होवे जे सोची लखवार, चुपै चुप ना होवे जे लाए रहा लिवतार। कई ऐसे भी फिरके ने संसार विच, मूँह ते पट्टी बन लेंदे ने ते बोलदे नहीं है मुख तो, जो कुछ लिख के कह के दसदे ने इशारियां नाल। महाराज ने तो क्या, जे रसना दिती है, जब लग दुनिया रहीए नानका, किच सुनिए किच कहिए। जदों तक दुनिया है, अगर तैनूं रसना दिती है, गा इस नाल। हाँ, महाराज ने कहा वे कि बहुता बोलन झखण होए, विण बोले जाने सब सोए। बहुता नहीं बोलना, व्यर्थ दा नहीं बोलना। गुरबाणी राई भावें कू कबीर केसो केसो कूकीए, ना सोइए आसार रात दिवस के कूकने, कबू के सुने पुकार। जिन्ना कूक सकने कूक, जे रसना रब ने लाई है। सिमरत शास्त्र पुन पाप विचार दे, तत्तै सार न जानी, तत्तै सार न जानी। गुरु बाजो तत्तै सार न जानी, तिही गुणी संसार भ्रम सुता, सुत्या रहन विहानी। गुर किरपा ते सेजन जागे, जिन्ना हरमन वसिया बोले अमृत बाणी। महाराज कहते ने जिदे मन दे विच वस गया बोले, परमात्मा दे जितने गुण गा सकता है इस रसना नाल गावे। तो महाराज कहते हैं कई ऐसे भी सन चुप करके बह गए, और दुनिया नूं सेध कौन देवे। हुण साडे प्रचारक, साडे ज्ञानी लोग जे मूँह ते पट्टी बन के बह जान, उन्हां नूं ज्ञान हो गया, वो प्रचार फिर की करनगे, किस तरह समझाउणगे लोगां नूं। तो महाराज ने उन्हां नूं भी कंडम कर दिता। चुपै चुप ना होवे जे लाए रहा लिवतार, भुखियां भुख न उतरी जे बन्ना पुरियां पार। जिस
ਸਾਰੀਆਂ 14 ਪੁਰੀਆਂ ਦੀਆਂ ਪੰਡਾਂ ਵੀ ਬੰਨ ਲੈਣ। ਕਈ ਇੱਕ ਫਿਰਕੇ ਐਸੇ ਨੇ ਨਾ, ਉਹ ਕਹਿੰਦੇ ਨੇ ਪਦਾਰਥ ਇਕੱਠੇ ਕਰੀ ਜਾਓ, ਇੰਨੇ ਕਰ ਲਓ, ਇੱਕ ਦਿਨ ਤੁਹਾਡੀ ਭੁੱਖ ਮਿਟ ਜਾਏਗੀ। ਪਰ ਮਾਫ ਕਰਨਾ, ਕੋਈ ਰੱਜਦਾ ਨਹੀਂ ਜੇ। ਹੁਣ ਹਾਲਤ ਸਾਡੀ ਇਹ ਵੇ, ਅੱਗ ਬੱਲੀ ਹੋਈ ਹੈ ਤੇ ਅਸੀਂ ਬਾਲਣ ਪਾ ਕੇ ਉਸ ਨੂੰ ਬੁਝਾ ਰਹੇ ਹਾਂ। ਉਸ ਨਾਲ ਬਾਲਣ ਅੱਗ ਕਦੀ ਨਹੀਂ ਕਹੇਗੀ ਕਿ ਮੈਨੂੰ ਬਾਲਣ ਨਾ ਪਾਓ, ਉਹ ਤੇ ਕਹੇਗੀ ਜਿੰਨੀ ਪਾਓਗੇ ਮੈਂ ਉਨੀ ਪੱਖਾਂਗੀ। ਤੇ ਸਾਡੀ ਹਾਲਤ ਵੀ ਤ੍ਰਿਸ਼ਨਾਲੂ ਬੰਦੇ ਦੀ ਇਹੀ ਹਾਲਤ ਹੈ। ਉਹ ਕਹਿੰਦਾ ਹੋਰ ਆ ਜਾਏ ਸਹਿਸ ਖਟੇ ਲੱਖ ਕੋ ਉਠ ਧਾਵੈ। ਕਬੀਰ ਕੋਡੀ ਕੋਡੀ ਜੋੜ ਕੇ ਜੋੜੇ ਲੱਖ ਕਰੋੜ। ਉਹ ਕਹਿੰਦੇ ਨੇ ਕਰੋੜਾਂ ਹੀ ਜੋੜ ਲੈ, ਚਲਤੀ ਬਾਰ ਨਾ ਕੱਛ ਰਿਓ ਲਹੀ ਲੰਗੋਟੀ ਤੋੜ। ਅਖੀਰ ਵਿੱਚ ਲੰਗੋਟੀ ਵੀ ਲਾ ਲਈ, ਜਿਹੜੀ ਵਾਸਲੀ ਜੀ ਬੰਨੀ ਹੁੰਦੀ ਹੈ। ਇਹ ਵੀ ਫਿਰਕਾ ਮਹਾਰਾਜ ਕਹਿੰਦੇ ਨੇ ਪਦਾਰਥਾਂ ਨਾਲ ਕੋਈ ਨਹੀਂ ਰਚਦਾ। ਤੁਸੀਂ ਕਹੋ ਮੇਰੇ ਘਰ ਪਦਾਰਥ ਆ ਜਾਣ, ਹੋਰ ਆ ਜਾਣ। ਹੁਣ ਇਹ ਜਿਹੜੇ ਟਾਟਾ, ਬਿਰਲਾ, ਰਿਲਾਇੰਸ ਕਿਤਨੇ ਨੇ ਜਿਹੜੇ ਇੰਡਸਟਰੀਅਲ, ਉਹਨਾਂ ਕੋਲ ਇਤਨੀ ਮਾਇਆ ਹੈ ਕਿ ਹਜ਼ਾਰਾਂ ਪੁਸਤਾਂ ਉਹਨਾਂ ਦੀਆਂ ਖਾ ਲੈਣ, ਪਰ ਉਹਨਾਂ ਦਾ ਰੱਜ ਹੱਲੇ ਵੀ ਨਹੀਂ ਹੈ। ਉਹ ਅੱਜ ਵੀ ਦੌੜ 'ਚ ਲੱਗੇ ਨੇ ਕਿ ਹੋਰ ਆ ਜਾਵੇ। ਕਿਉਂ? ਮਹਾਰਾਜ ਕਹਿੰਦੇ ਨੇ ਜਿੰਨਾ ਜ਼ਿਆਦਾ ਆਂਦਾ ਜਾਏਗਾ, ਭੁੱਖਿਆਂ ਭੁੱਖ ਨਾ ਉਤਰੇ, ਜੇ ਬੰਨਾ ਪੁਰੀਆਂ ਪਾਰ। ਸਾਰੀ ਦੁਨੀਆ ਦਾ ਪੁਰੀਆਂ ਵੀ ਇਕੱਠੀਆਂ ਕਰ ਲੈ ਤੇ ਤੈਨੂੰ ਰੱਜ ਨਹੀਂ ਆਣਾ। ਰੱਜ ਪਤਾ ਕਦੋਂ ਆਣਾ? ਤ੍ਰਿਸ਼ਨਾ ਬੁੱਝੈ ਹਰਿ ਕੈ ਨਾਮ। ਹਰੀ ਦੇ ਨਾਮ ਤੋਂ ਬਗੈਰ ਤ੍ਰਿਸ਼ਨਾ ਨਹੀਂ ਬੁੱਝੀ ਜਾ ਸਕਦੀ। ਅਖੀਰਲਾ ਫਿਰਕਾ ਸੀ ਸਹਿਜ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਕਹਿੰਦੇ ਨੇ ਇੱਕ ਐਸੇ ਸਨ ਆਪਣੀਆਂ ਸਿਆਣਪਾਂ ਚਤਰਾਈਆਂ ਨਾਲ ਰੱਬ ਨੂੰ ਪਾ ਰਹੇ ਸਨ। ਤਾਂ ਮਹਾਰਾਜ ਕਹਿੰਦੇ ਨੇ ਬਹੁਤ ਸਿਆਣਪ ਜਮ ਕਾ ਭਉ ਵਿਆਪੇ। ਸਿਆਣਪਾਂ ਨਾਲ ਵੀ ਰੱਬ ਕਦੀ ਨਹੀਂ ਮਿਲਦਾ ਜੇ। ਚਤਰਾਈ ਨਾ ਚਤਰ ਬੁੱਝ ਪਾਈਏ, ਰੇ ਜਨ ਮਨ ਮਾਦੋ ਸਿਓ ਲਾਈਏ, ਚਤਰਾਈ ਨਾ ਚਤਰ ਬੁੱਝ ਪਾਈਏ। ਰੱਬ ਕਦੀ ਵੀ ਚਲਾਕੀ ਨਾਲ ਨਹੀਂ ਮਿਲਣਾ। ਰੱਬ ਮਿਲਣਾ ਹੈ ਭੋਲੇ ਪਾਓ। ਭੋਲੇ ਪਾਏ ਮਿਲੇ ਰਘੁਰਾਇਆ। तो महाराज ने किया फिर की करिए, किव सचियारा होई है। चारों फिरके महाराज ने देखे ते फिर सतगुरु कहते ने मैं अपने सिख नूं सचियार बनाना चाहना। देखो मनुखता दे भले वास्ते कोई कोई निकलदा है संसार विच, ते महाराज ने की किया, किव सचियारा होई है, किव कूड़े टुट्टे पार। ये कूड़ दी कंध, कूड़ दी दीवार किस तरह साडे तो अलग होवे, ਅਸੀਂ ਪਰਮਾਤਮਾ ਨਾਲ ਇੱਕ ਮਿਕ ਹੋ ਜਾਈਏ। ਫਿਰ ਮਾਰੇ ਕਹਿੰਦੇ ਨੇ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਰਜਾਈ, ਰਜਾ ਵਾਲਾ ਕੌਣ? ਪਰਮਾਤਮਾ। ਉਸਦੇ ਹੁਕਮ ਦੇ ਵਿੱਚ ਜੇ ਕੋਈ ਚੱਲ ਪਵੇ, ਉਹ ਪਰਮਾਤਮਾ ਨੇ ਜਿਹੜੇ ਧੁਰੋਂ ਵਿਧੀ ਬਣਾਈ ਹੈ ਨਾ ਕਿ ਉਹਦੇ ਹੁਕਮ ਦੇ ਵਿੱਚ ਚੱਲਣਾ, कि परमात्मा जो तुसी कर रहे हो सब ठीक है। जे सचियार बनना चाहते हो तो गुरु नानक पातशाह ने संसार भर विच जाके ये लोगों नूं समझाया कि नानक जी संसार दे विच तारन वास्ते आए ने। जदों माता पिता ने नाम रखिया ना नानक, ते सारे दूरों दूरों गुरु नानक पातशाह के दर्शन करन आए। बड़े बड़े विद्वाना ने नानक दे बड़े सोहने अर्थ कढ़े ने। भाई नंद लाल जी ने भी बड़ा सुंदर जिहड़ा गंजनामा महाराज नंद लाल जी ने लिखिया है ना फारसी विच, उहदे विच नानक दे नूं ही अखर नूं ही समझाउण दा यतन कीता है। नन्ना कन्ना, फिर नन्ना ते फिर कक्का, चार पै गए। पहले नन्मे नूं आख्या सी नाइम। नाइम मीनस इनाम देण वाला, बख्शिश करन वाला। वो नानक दा पहला अखर है कि संसार विच बख्शिशां वंडन आए ने।
ਇਹ ਗੁਰੂ ਨਾਨਕ ਦਾ ਨੰਨੇ ਦਾ ਪਹਿਲੇ ਤੋਂ ਭਾਵ ਹੈ। ਉਹਨਾਂ ਨੇ ਸੰਸਾਰ ਭਰ ਵਿੱਚੋਂ ਕਿਸੇ ਕੋਲੋਂ ਕੁਝ ਲਿਆ ਨਹੀਂ, ਜਾ ਕੇ ਦਾਤਾਂ ਵੰਡੀਆਂ ਹੀ ਨੇ। ਦੇਖੋ ਪੂਰੇ ਸੰਸਾਰ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ, ਕਾਬੁਲ, ਕੰਧਾਰ, ਕਿਹੜੀ ਕਿਹੜੀ ਜਗ੍ਹਾ ਮਹਾਰਾਜ, ਸ਼੍ਰੀਲੰਕਾ, ਭੂਟਾਨ, ਬੰਗਲਾਦੇਸ਼, ਐਸੀ ਐਸੀ ਜਗ੍ਹਾ ਤੇ ਗਏ ਨੇ, ਕਿੱਥੋਂ ਕੁਛ ਲੈ ਕੇ ਨਹੀਂ ਆਏ ਬਲਕਿ ਦੇ ਕੇ ਆਏ ਨੇ। ਕੰਨਾ ਅਲੀਫ ਹੁੰਦਾ ਹੈ, ਉਹ ਇੱਕ, ਪਰ ਕਹਿੰਦੇ ਕਿ ਸਨ ਇੱਕ ਦੇ ਨਾਲ। ਨਾਨਕ ਤੋਂ ਕੰਨੇ ਤੋਂ ਭਾਵ ਹੈ ਕਿ ਜਿਹੜਾ ਇੱਕ ਦੇ ਨਾਲ ਜੁੜਿਆ ਹੋਵੇ। ਗੁਰੂ ਨਾਨਕ ਦਾ ਗੁਰੂ ਪਰਮਾਤਮਾ ਸੀ, ਉਹ ਸ਼ਬਦ ਸੀ, ਤੇ ਸਾਡਾ ਗੁਰੂ, ਗੁਰੂ ਨਾਨਕ ਤੇ ਗੁਰੂ ਦਾ ਗੁਰੂ ਸ਼ਬਦ ਪਰਮਾਤਮਾ। ਗੁਰੂ ਨਾਨਕ ਪਾਤਸ਼ਾਹ ਇੱਕ ਦੇ ਨਾਲ ਜੁੜੇ ਸਨ ਤੇ ਸਾਨੂੰ ਵੀ ਇੱਕ ਦੇ ਨਾਲ ਜੋੜਨ ਦਾ ਯਤਨ ਕਰਦੇ ਰਹੇ ਨੇ। ਇਹ ਗੱਲ ਵੱਖਰੀ ਹੈ, ਅਸੀਂ ਸੁਣ ਕੇ ਦੂਜਿਆਂ ਤੇ ਪ੍ਰਭਾਵਿਤ ਹੋ ਜਾਈਏ, ਵੱਖਰੇ ਵੱਖਰੇ ਆਪਣੇ ਈਸ਼ਟ ਬਣਾ ਲਈਏ, ਰੱਬ ਬਣਾ ਲਈਏ। ਕਈ ਘਰਾਂ ਦੇ ਵਿੱਚ 6 ਮੈਂਬਰ ਨੇ, 6 ਰੱਬ ਬਣਾਏ ਹੋਏ ਨੇ, ਪਰ ਉਹ ਪਰਮਾਤਮਾ ਸਦਾ ਇੱਕ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਭਾਵੇਂ ਪਰਮਾਤਮਾ ਜਿੰਨੇ ਮਰਜ਼ੀ ਨੇ, ਭਾਵੇਂ ਸਾਰੀ ਜਗ੍ਹਾ ਪਰਮਾਤਮਾ ਹੈ, ਪਰ ਉਹ ਹੈ ਇੱਕ ਹੀ ਹੈ। ਅਭੀ ਉਹਦਾ ਪੁਜਾਰੀ ਬਣਨਾ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਦੇ ਨਾਨਕ ਦੇ ਜਿਹੜਾ ਕੰਨਾ ਲੱਗਿਆ ਨਾ, ਉਹਦਾ ਭਾਵ ਹੀ ਆਈ ਹੋਏ ਅਲੀਫ ਹੈ, ਉਹ ਇੱਕ ਹੈ, ਇੱਕ ਤੋਂ ਇਲਾਵਾ ਨਹੀਂ ਹੈ ਕੋਈ। ਉਹਨੂੰ ਇੱਕ ਤੋਂ ਉੱਤੇ, ਉਹਨੂੰ ਪਰਮਾਤਮਾ ਤੋਂ ਇਲਾਵਾ ਕੋਈ ਨਜ਼ਰ ਨਹੀਂ ਆਉਂਦਾ ਗੁਰੂ ਨਾਨਕ ਪਾਤਸ਼ਾਹ ਨੂੰ। ਤੇ ਦੂਜਾ ਨੰਨਾ ਨਸੀਰ, ਮਦਦਗਾਰ, ਸਪੋਰਟ ਕਰਨ ਵਾਲਾ। ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਜਿੱਥੇ ਗਏ, ਜਿਹੜਾ ਜਿਹੜਾ ਵੀ ਕਿਸੇ ਵੀ ਪੀੜਾ ਕਰਕੇ ਪੀੜਤ ਸੀ, ਦੁਖੀ ਸੀ, ਉਹਦੀ ਮਦਦ ਕੀਤੀ ਹੈ। ਭਾਵੇਂ ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ, ਕਰਨਾਲ ਦੇ ਕੋਲ ਇੱਕ ਸਿੱਖ ਦੇ ਘਰ ਗਏ, ਉਹਨੇ ਬੜੀ ਗੁਰੂ ਨਾਨਕ ਪਾਤਸ਼ਾਹ ਦੀ ਬਹੁਤ ਜ਼ਿਆਦਾ ਖਾਤਰ ਕੀਤੀ। 5-6 ਦਿਨ ਹੈ ਮਜ਼ਦੂਰ ਸੀ, ਮਜ਼ਦੂਰੀ ਕਰਦਾ ਸੀ। ਚੱਲਣ ਲੱਗੇ ਘਰ 6 ਦਿਨ ਤੇ ਉਹਨੇ ਪੈਰ ਮਹਾਰਾਜ ਦੇ ਚਰਨ ਫੜ ਲਏ, ਕਹਿਣ ਲੱਗਾ ਮਹਾਰਾਜ ਜਾਣਾ ਨਹੀਂ। ਮਹਾਰਾਜ ਕਹਿੰਦੇ ਨਹੀਂ, ਹੁਣ ਅਸੀਂ ਅੱਗੇ ਜਾਣਾ ਹੈ। ਤੇ ਉਹ ਸਿੱਖ ਕਹਿੰਦਾ ਮੇਰੇ ਕੋਲ ਕੋਈ ਗਲਤੀ ਹੋ ਗਈ ਹੈ, ਮੇਰੀ ਸੇਵਾ ਦੇ ਵਿੱਚ ਕੋਈ ਭੁੱਲ ਹੋਈ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ, ਤੇਰੇ ਵਰਗੇ ਸਿੱਖਾਂ ਦੀ ਲੋੜ ਹੈ। ਚੱਲਣ ਲੱਗੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਕਿਹਾ ਇਹਦੀ ਝੁੱਗੀ ਨੂੰ ਅੱਗ ਲਾ ਦਿਓ। ਤੇ ਅੱਗ ਲਾਈ ਤੇ ਭਾਂਡੇ ਤੱਕ ਸਮਾਨ ਸਾਰਾ ਹੀ ਜਲ ਗਿਆ, ਖਤਮ ਹੋ ਗਿਆ, ਆਪ ਸਾਹਮਣੇ ਦੇਖ ਰਿਹਾ। ਪਰ ਉਹ ਹੁਕਮ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਨੂੰ, ਇੱਕ ਦਾ ਪੁਜਾਰੀ ਸੀ ਨਾ, ਉਹਨੂੰ ਪਤਾ ਹੈ ਮੇਰੇ ਪਿਓ ਨੇ ਅੱਗ ਲਾਈ ਹੈ ਨਾ, ਤੇ ਕੋਈ ਭਲੇ ਵਾਸਤੇ ਲਾਈ ਹੋਣੀ ਹੈ। ਤੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚੋਂ ਗਿਰ ਪਿਆ, ਮਹਾਰਾਜ ਇੱਕ ਹੀ ਕੋਤਕ ਹੈ। ਭਾਈ ਮਰਦਾਨਾ ਕਹਿੰਦਾ 6 ਦਿਨ ਇਹਨਾਂ ਨੇ ਰੱਜ ਕੇ ਸੇਵਾ ਕੀਤੀ ਹੈ, ਚੱਲਣ ਵਕਤ ਤੁਸੀਂ ਸਾਰੀ ਝੁੱਗੀ ਸਾੜ ਦਿੱਤੀ ਹੈ। ਮਹਾਰਾਜ ਨੇ ਸਿੱਖ ਨੂੰ ਗਲਵੱਕੜੀ ਵਿੱਚ ਲੈ ਲਿਆ, ਕਹਿਣ ਲੱਗੇ ਸਿੱਖਾ, ਤੇਰੀ ਤੰਗੀ ਨੂੰ ਵੇਖ ਕੇ ਪਰਮਾਤਮਾ ਤੇਰੀ ਤੰਗੀ ਹੁਣ ਵੇਖ ਨਹੀਂ ਪਾ ਰਿਹਾ। ਇੱਥੇ ਐਸਾ ਮਹਿਲ ਖੜਾ ਹੋਏਗਾ, ਕਿਉਂਕਿ ਤੇਰੀ ਸੇਵਾ ਵੇਖ ਕੇ ਗੁਰੂ ਟੁੱਟ ਬੈਠਾ ਹੈ। ਗੁਰੂ ਇੱਕ ਮਦਦਗਾਰ ਹੈ। ਗੁਰੂ ਨਾਲ ਜਿਹੜਾ ਭਾਵਨਾ ਦੇ ਨਾਲ ਪਿਆਰ ਕਰਦਾ ਹੈ, ਗੁਰੂ ਉਹਦੇ ਲੋਕ ਤੇ ਪਰਲੋਕ ਦੇ ਦੁੱਖ ਕੱਟ ਦਿੰਦਾ ਹੈ ਤੇ ਸੁੱਖਾਂ ਵਿੱਚ ਪਰਿਵਰਤਿਤ ਕਰ ਦਿੰਦਾ ਹੈ। ਇਹ ਗੁਰੂ ਦੀ, ਮੈਂ ਇੱਥੋਂ ਤੱਕ ਕਵਾਂ, ਇੱਕ ਪੰਕਤੀ ਆਉਂਦੀ ਹੈ ਜਪਜੀ ਸਾਹਿਬ ਵਿੱਚ, ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਕਰ ਰਹੇ ਆ ਨਾ, ਕਿ ਕਿਸੇ ਵਿੱਚ ਕੋਈ ਗੁਣ ਵੀ ਨਹੀਂ ਹੈ। ਉਹਨੂੰ ਖਾਲੀ ਗੁਰੂ ਨਾਨਕ ਪਾਤਸ਼ਾਹ ਗੁਣਾਂ ਵਾਲਾ ਵੀ ਹੀ ਨਹੀਂ ਬਣਾਉਂਦਾ, ਉਹਨੂੰ ਗੁਣ ਵੰਡਣ ਵਾਲਾ ਬਣਾ ਲੈਂਦਾ ਹੈ। ਧਿਆਨ ਦੇਣਾ, ਦੁਨੀਆ ਦੇ ਪੀਰ ਪੈਗੰਬਰ ਆਏ, ਉਹਨਾਂ ਨੇ ਕਾਬਲ ਬਣਾ ਦਿੱਤਾ, ਗੁਣਾਂ ਦੇ ਕਾਬਲ ਬਣਾ ਦਿੱਤਾ। ਪਰ ਗੁਰੂ ਨਾਨਕ ਪਾਤਸ਼ਾਹ ਨੇ ਖਾਲੀ ਗੁਣਾਂ ਵਾਲਾ ਹੀ ਨਹੀਂ ਬਣਾਇਆ, ਉਹਨੂੰ ਗੁਣ ਵੰਡਣ ਵਾਲਾ ਵੀ ਬਣਾ ਦਿੱਤਾ। ਨਾਨਕ ਨਿਰਗੁਣ
ਗੁਣ ਕਰੇ ਗੁਣਵੰਤੀਆਂ ਗੁਣ ਦੇ। ਅੱਗੋਂ ਖਾਲੀ ਗੁਣਾਂ ਵਾਲਾ ਹੀ ਨਹੀਂ ਬਣਾਇਆ, ਉਹ ਸ਼ਖਸ, ਉਹ ਸੇਵਕ, ਉਹ ਜਨ ਅੱਗੋਂ ਗੁਣ ਵੰਡਣ ਵਾਲਾ ਹੋ ਗਿਆ। ਬਾਬਾ ਬੁੱਢਾ ਜੀ ਵਰਗੇ, ਬਾਬਾ ਦੀਪ ਸਿੰਘ ਜੀ ਵਰਗੇ, ਭਾਈ ਸ਼ਾਲੋ ਵਰਗੇ, ਭਾਈ ਬਹਿਲੋ ਵਰਗੇ, ਕਿੰਨੇ ਹੀ ਭਾਈ ਮੰਝ ਵਰਗੇ, ਬਿਧੀ ਚੰਦ ਵਰਗੇ। ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਦੇਖੋ ਕਿੰਨੀ ਵਡਿਆਈਆਂ। ਖਾਲੀ ਗੁਣਾਂ ਵਾਲਾ ਹੀ ਗੁਰੂ ਨਹੀਂ ਬਣਾਉਂਦਾ, ਉਹ ਤੇ ਗੁਣ ਵੰਡਣ ਵਾਲਾ ਬਣਾ ਦਿੰਦਾ ਹੈ। ਨਾ ਚੀਜ਼ਿਆ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਉਹ ਇੱਕ ਨਾ ਚੀਜ਼ ਨੂੰ, ਜਿਹਨੂੰ ਕੋਈ ਦੁਨੀਆ ਵਾਲੇ ਵੀ ਨਹੀਂ ਪੁੱਛਦੇ, ਉਹਨੂੰ ਇੱਕ ਐਸੀ ਚੀਜ਼ ਬਣਾ ਦਿੰਦਾ ਹੈ ਜਿਹੜਾ ਪੂਜਣ ਯੋਗ ਹੋ ਜਾਂਦਾ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਸ ਨੂੰ ਉਹਦਾ ਮਹਿਲ ਬਣਾ ਦਿੱਤਾ। ਤੇ ਇਹ ਵੇ ਨੰਨਾ ਨਸੀਰ ਮਦਦਗਾਰ, ਤੇ ਅਖੀਰਲਾ ਕੱਕਾ। ਕੱਕੇ ਤੋਂ ਭਾਈ ਨੰਦ ਲਾਲ ਜੀ ਕਹਿੰਦੇ ਨੇ ਕਬੀਰ, ਵੱਡਾ। ਕਬੀਰ ਤੋਂ ਭਾਵ ਹੁੰਦਾ ਵੱਡਾ। ਤਾਂ ਗੁਰੂ ਨਾਨਕ ਤੋਂ ਵੱਡਾ ਇਸ ਕਲਯੁਗ ਵਿੱਚ ਕੋਈ ਨਹੀਂ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਭ ਤੋਂ ਵੱਡੇ ਨੇ। ਜੇ ਭਾਵਨਾ ਬਣਾ ਕੇ ਚੱਲੀਏ, ਜੇ ਰੱਬ ਨੂੰ ਵੇਖਣਾ ਹੈ ਤੇ ਗੁਰੂ ਨਾਨਕ ਦੇ ਦਰਸ਼ਨ ਕਰ ਲਓ। ਤਾਂ ਗੁਰੂ ਸਾਹਿਬ ਨੇ ਘਰਾਂ ਵਿੱਚ ਜਾ ਕੇ, ਜਗ੍ਹਾ ਜਗ੍ਹਾ ਤੇ ਜਾ ਕੇ, ਦੇਖੋ ਕਈ ਪੈਗੰਬਰ ਆਏ, ਉਹਨਾਂ ਕੋਲ ਕੋਈ ਆਇਆ ਤੇ ਉਹਨੇ ਤਾਰਿਆ। ਪਰ ਗੁਰੂ ਨਾਨਕ ਪਾਤਸ਼ਾਹ ਆਪ ਰਾਏ ਭੂਏ ਦੀ ਤਲਵੰਡੀ ਤੋਂ, ਸੁਲਤਾਨਪੁਰ ਲੋਧੀ ਤੋਂ ਚੱਲ ਕੇ ਪਾਪੀਆਂ ਨੂੰ, ਵੈਰੀਆਂ ਨੂੰ, ਚੋਰਾਂ ਨੂੰ, ਠੱਗਾਂ ਨੂੰ, ਰਾਖਸ਼ਾਂ ਨੂੰ, ਉਹਨਾਂ ਦੇ ਡੇਰਿਆਂ ਵਿੱਚ ਜਾ ਕੇ ਉਹਨਾਂ ਦਾ ਸੁਧਾਰ ਕੀਤਾ। ਮੈਂ ਤੇ ਅਕਸਰ ਕਹਿਣਾ, ਇਹਨਾਂ ਵਿੱਚ ਤੇ ਇੱਕ ਇੱਕ ਔਗਣ ਸੀ ਨਾ। ਸੱਜਣ ਠੱਗ ਨੂੰ ਇੱਕੋ ਹੀ ਔਗਣ ਸੀ, ਠੱਗੀ ਕਰਦਾ ਸੀ, ਕੋਡਾ ਰਾਕਸ਼ ਮਾਰਦਾ ਸੀ, ਇੱਕੋ ਹੀ ਸੀ ਨਾ। ਬਲੀ ਕੰਧਾਰੀ ਵਰਗੇ ਹੰਕਾਰੀ ਇੱਕ ਹੀ ਔਗਣ ਸੀ ਨਾ। ਪਰ ਜਦ ਅਸੀਂ ਆਪਣੇ ਵਿੱਚ ਝਾਤ ਮਾਰਨੇ ਆ ਤੇ ਸਾਡੇ ਵਿੱਚ ਕਿਤਨੇ ਹੀ ਔਗਣ ਨੇ। ਸਾਨੂੰ ਮਹਾਂਪੁਰਖ ਕਹਿੰਦੇ ਸਨ, ਤੁਸੀਂ ਨਾ ਸੱਜਣ ਦੀ ਲੈਣ ਤੇ ਲੱਗ ਜਾਓ। ਜੇ ਸੱਜਣ ਦਾ ਨੰਬਰ ਆ ਗਿਆ, ਇੱਕ ਦਿਨ ਤੁਹਾਡਾ ਵੀ ਆ ਜਾਏਗਾ। ਕਿਉਂਕਿ ਇਹ ਤੇ ਇੱਕ ਇੱਕ ਔਗਣ ਦੇ ਭਰੇ ਨੇ। ਤੇ ਅਸੀਂ ਹਮ ਅਵਗੁਣ ਭਰੇ ਏਕ ਗੁਣ ਨਾਹੀ। ਕਿੰਨੇ ਔਗਣ ਨੇ? ਜੇਤਾ ਸਮੁੰਦ ਸਾਗਰ ਨੀਰ ਭਰਿਆ। ਉਹ ਤੇ ਇੱਕ ਇੱਕ ਔਗਣ ਦਿਖਾ ਕੇ ਛੁੱਟ ਗਏ, ਪਰ ਸਾਡੇ ਤੇ ਔਗਣਾਂ ਦੀ ਪੰਡ ਭਰੀ ਪਈ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਲੋਕਾਂ ਦੀ ਪੁਕਾਰ ਸੁਣ ਕੇ ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰਿਓ। ਦੇਖੋ ਉਸ ਵੇਲੇ ਹਿੰਦੁਸਤਾਨ ਵਿੱਚ ਨਾ ਬਾਹਰੋਂ ਈਰਾਨ, ਇਰਾਕ ਤੋਂ ਪਠਾਨ ਲੋਕ ਆ ਕੇ ਪੂਰੇ ਭਾਰਤ ਵਰਸ਼ ਵਿੱਚ ਕਬਜ਼ਾ ਕੀਤਾ ਹੋਇਆ ਸੀ। ਵੱਖ-ਵੱਖ ਥਾਈਆਂ ਤੇ ਮੁਗਲ ਪਹੁੰਚ ਕੇ, ਪਠਾਨ ਪਹੁੰਚ ਕੇ, ਤੇ ਸਾਰਿਆਂ ਨੂੰ ਧਰਮ ਨੂੰ ਚੇਂਜ ਕੀਤਾ ਜਾ ਰਿਹਾ ਸੀ। ਸਿਆਲਕੋਟ ਦੀ ਧਰਤੀ ਤੇ ਇੱਕ ਪੀਰ ਆ ਕੇ ਬੈਠ ਗਿਆ, ਹਮਜ਼ਾ ਗੋਸ਼, ਜਿਹਦਾ ਇਤਿਹਾਸ ਵਿੱਚ ਨਾਮ ਆਇਆ। ਬੜੀ ਫੇਮਸ ਇਹ ਸਾਖੀ ਹੈ, ਪਰ ਮੈਂ ਸੇਧ ਵੱਲ ਜਾ ਰਿਹਾ। ਉਹ ਕੀ ਕਰਦਾ ਸੀ? ਉਹ